ਦ ਪੰਜਾਬ ਟਾਕਸ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਆ ਕਮਲਜੀਤ ਸਿੱਧੂ। ਪ੍ਰੋਗਰਾਮ ਖਾਸ ਖਬਰ ਦੇ ਨਾਲ ਦੋਸਤੋ ਹਾਜ਼ਰ ਹਾਂ। ਦੋ ਖਬਰਾਂ ਜਿਨ੍ਹਾਂ ਦੇ ਉੱਤੇ ਗੱਲਬਾਤ ਹੋਊਗੀ। ਉਹਦੇ ਵਿੱਚ ਪਹਿਲੀ ਖਬਰ ਇਹ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਆ। ਸ਼੍ਰੋਮਣੀ ਕਮੇਟੀ ਇਸ ਦੇ ਬਾਰੇ ਅਹਿਦ ਕਰ ਚੁੱਕੀ ਹੈ ਕਿ ਰਿਹਾਈ ਦੇ ਲਈ ਹੁਣ ਜਿਹੜੀ ਆ ਪੂਰੀ ਮੋਰਚਾਬੰਦੀ ਕੀਤੀ ਜਾਵੇਗੀ। ਪ੍ਰੋਟੈਸਟ ਤਾਂ ਪਹਿਲਾਂ ਚੱਲ ਰਿਹਾ, ਇਸ ਮੁੱਦੇ ਉੱਤੇ ਗੱਲਬਾਤ ਹੋਊਗੀ। ਔਰ ਦੂਸਰਾ ਮੁੱਦਾ ਆ ਦ ਕਸ਼ਮੀਰ ਫਾਈਲ, ਜਿਹੜੀ ਫਿਲਮ ਬਣੀ ਸੀ ਕਸ਼ਮੀਰ ਦੇ ਉੱਪਰ, ਕਸ਼ਮੀਰੀ ਪੰਡਤਾਂ ਦੇ ਉੱਤੇ, ਉਹਨਾਂ ਦੇ ਹਿਜਰਤ ਕਰਨ ਬਾਰੇ, ਉਸ ਦਾ ਵਿਵਾਦ ਇੱਕ ਵਾਰੀ ਫਿਰ ਉੱਠ ਖੜਿਆ। ਕੀ ਆ ਵਿਵਾਦ, ਇਸ 'ਤੇ ਗੱਲ ਕਰਾਂਗੇ। ਸਭ ਤੋਂ ਪਹਿਲੀ ਖਬਰ ਵੱਲ ਆਉਂਦੇ ਹਾਂ। ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਇਸ ਵੇਲੇ ਸਿੱਖ ਕੌਮ ਦੇ ਲਈ ਸਭ ਤੋਂ ਵੱਡਾ ਮੁੱਦਾ ਆ। ਇਸ ਦੇ ਉੱਤੇ SGPC ਦੇ ਵੱਲੋਂ ਉਪਰਾਲੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ। ਹਾਲਾਂਕਿ ਇਸ ਤੋਂ ਪਹਿਲਾਂ तमाम ਜਿਹੜੇ ਇਤਿਹਾਸਕ ਗੁਰੂ ਘਰ ਸੀਗੇ ਉਹਨਾਂ ਦੇ ਬਾਹਰ ਜਿਹੜੇ ਸੀ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ ਵਿੱਚ ਵੱਡੇ ਬੈਨਰ ਵੀ ਲਗਾਏ ਗਏ ਸੀਗੇ ਤੇ ਮੰਗ ਕੀਤੀ ਜਾ ਰਹੀ ਸੀ। ਕੇਂਦਰ ਸਰਕਾਰ ਕੋਲ ਮੰਗ ਕੀਤੀ ਜਾ ਰਹੀ ਸੀ। ਲਗਾਤਾਰ ਇਸ ਮੰਗ ਦੇ ਉੱਤੇ ਹੀ ਹੁਣ ਡਟੇ ਹੋਏ ਆ ਸਿੱਖ ਕੌਮ ਦੇ ਆਗੂ ਔਰ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਵੱਲੋਂ ਵਾਰ-ਵਾਰ ਅਪੀਲ ਕੀਤੀ ਜਾਂਦੀ ਰਹੀ ਆ। ਬਹੁਤ ਸਾਰੀਆਂ ਜਥੇਬੰਦੀਆਂ ਸਿੱਖ ਪੰਥ ਵਿੱਚ ਜਿਨ੍ਹਾਂ ਵੱਲੋਂ ਇਹ ਵਾਰ-ਵਾਰ ਅਪੀਲ ਕੀਤੀ ਜਾਂਦੀ ਰਹੀ ਆ ਕੇਂਦਰ ਸਰਕਾਰ ਨੂੰ ਕਿ ਬੰਦੀ ਸਿੰਘ ਹੈ ਜਿਹੜੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਆ ਔਰ ਉੱਤੇ ਜਿਹੜਾ ਸਮਾਂ ਆ ਉਹ ਲੰਘ ਗਿਆ। ਦੁੱਗਣੀਆਂ ਸਜ਼ਾਵਾਂ ਜਿਹੜੀਆਂ ਉਹਨਾਂ ਨੇ ਭੁਗਤ ਲਈਆਂ ਨੇ, ਪਰ ਇਹਦੇ ਬਾਵਜੂਦ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ। ਇਹ ਮਾਮਲਾ ਅਜਿਹਾ ਆ ਜਿਸ ਦੇ ਉੱਤੇ ਖਾਸ ਤੌਰ ਦੇ ਉੱਤੇ ਜੇ ਚਰਚਾ ਕਰੀਏ ਤਾਂ ਇੱਕ ਮੁਕਾਬਲਾ ਅਸੀਂ ਕਰਕੇ ਦੇਖਦੇ ਹਾਂ। ਜਦੋਂ ਕਿ ਦੇਸ਼ ਦੇ ਵਿੱਚ ਜਿਹੜੀ ਬਹੁ ਗਿਣਤੀ ਹੈ ਉਹਨਾਂ ਦੇ ਵਾਸਤੇ ਅਗਰ ਇਹ ਕੇਸ ਇਸ ਤਰੀਕੇ ਦੀਆਂ ਧਾਰਾਵਾਂ ਲੱਗ ਕੇ ਬਣਦੇ ਆ ਤੇ ਉਹਨਾਂ ਨੂੰ ਰਿਹਾਈ ਮਿਲ ਜਾਂਦੀ ਹੈ, ਜਦੋਂ ਕਿ ਸਿੱਖਾਂ ਨੂੰ ਇਸ ਮੁਲਕ ਦੇ ਵਿੱਚ ਇਹ ਇੱਕ ਦੰਸ਼ ਝੱਲਣਾ ਪੈ ਰਿਹਾ। ਇਹ ਹੁਣ ਤਾਂ ਨਹੀਂ, ਇਹ ਚਿਰਾਂ ਤੋਂ ਹੀ ਹੈ, ਜਿਸ ਕਰਕੇ ਸਿੱਖਾਂ ਦੇ ਮਾਮਲੇ ਵਿੱਚ ਜਿਹੜਾ ਆ ਉਹ ਨਿਆਂ ਨਹੀਂ ਹੋ ਰਿਹਾ। ਅਜਿਹਾ ਕਹਿਣਾ ਆ ਸਿੱਖ ਜਥੇਬੰਦੀਆਂ ਦਾ, ਸਿੱਖ ਬੁੱਧੀਜੀਵੀਆਂ ਦਾ ਵਾਰੀ-ਵਾਰੀ ਕਿ ਸਿੱਖਾਂ ਦੇ ਨਾਲ ਇਸ ਤਰੀਕੇ ਦਾ ਵਿਤਕਰਾ ਕਿਉਂ ਹੈ। ਇੱਕ ਦੇਸ਼, ਇੱਕ ਕਾਨੂੰਨ, ਇੱਕ ਸੰਵਿਧਾਨ ਹੈ, ਫਿਰ ਵੀ ਉਹ ਘੱਟ ਗਿਣਤੀਆਂ 'ਤੇ ਹੋਰ ਤਰੀਕੇ ਲਾਗੂ ਹੁੰਦਾ ਆ ਤੇ ਬਹੁ ਗਿਣਤੀ ਉੱਤੇ ਹੋਰ ਤਰੀਕੇ ਲਾਗੂ ਹੁੰਦਾ। ਕਿਉਂ ਹੁੰਦਾ ਆ? ਕਿਉਂ ਇਹ ਧੱਕੇਸ਼ਾਹੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ? ਜਥੇਬੰਦੀਆਂ ਦੇ ਵੱਲੋਂ ਵਾਰ-ਵਾਰ ਮੰਗ ਉਠਾਈ ਜਾ ਰਹੀ ਹੈ। ਤਾਂ ਹੁਣ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਜਿਹੜੀ ਹੈ, ਹੁਣ ਪਹਿਲਾਂ ਤਾਂ ਸਟੇਟ ਪੱਧਰ ਦੇ ਉੱਤੇ ਵਾਰੀ-ਵਾਰੀ ਮੰਗ ਕੀਤੀ ਜਾ ਰਹੀ ਸੀਗੀ ਤੇ ਹੁਣ ਜਿਹੜਾ ਆ ਕੌਮੀ ਪੱਧਰ ਦੇ ਉੱਤੇ, ਦੇਸ਼ ਪੱਧਰ ਦੇ ਤੌਰ ਦੇ ਉੱਤੇ ਜਿਹੜੀ ਆ ਮੁਹਿੰਮ ਛਿੜਨ ਜਾ ਰਹੀ ਹੈ। ਤਾਂ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਵਾਸਤੇ ਸ਼੍ਰੋਮਣੀ ਕਮੇਟੀ ਨੇ 1 ਦਸੰਬਰ ਯਾਨੀ ਭਲਕ ਤੋਂ ਦੇਸ਼ ਪੱਧਰੀ ਮੁਹਿੰਮ ਵਿੱਢਣ ਦੀ ਤਿਆਰੀ ਕਰ ਲਈ ਹੈ। ਇਸ ਮੁਹਿੰਮ ਵਿੱਚ ਲੋਕਾਂ ਨੂੰ ਸਿੱਖ ਕੈਦੀਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤੇ ਉਹਨਾਂ ਦੀ ਰਿਹਾਈ ਸੰਬੰਧੀ ਅਪੀਲ ਵਾਲੇ ਫਾਰਮ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕੀਤੇ ਗਏ ਆ, ਜਿਸ ਨੂੰ ਭਰਨ ਲਈ 1 ਦਸੰਬਰ ਤੋਂ ਦਸਤਖਤ ਮੁਹਿੰਮ ਜਿਹੜੀ ਹੈ ਉਹ ਵਿੱਢੀ ਜਾਊਗੀ। ਸ਼੍ਰੋਮਣੀ ਕਮੇਟੀ ਵੱਲੋਂ ਰਿਹਾਈ ਲਈ 21 ਬੰਦੀ ਸਿੱਖਾਂ ਦੀ ਜਿਹੜੀ ਸੂਚੀ ਹੈ ਉਹ ਤਿਆਰ ਕੀਤੀ ਗਈ ਆ, ਜਿਨ੍ਹਾਂ ਵਿੱਚੋਂ 9 ਬੰਦੀ ਸਿੰਘਾਂ ਦੇ ਨਾਵਾਂ ਦੀ ਸੂਚੀ ਪਹਿਲਾਂ ਹੀ ਪ੍ਰਧਾਨ ਮੰਤਰੀ ਦਫ਼ਤਰ ਨੂੰ ਭੇਜੀ ਜਾ ਚੁੱਕੀ ਹੈ, ਪਰ ਪ੍ਰਧਾਨ ਮੰਤਰੀ ਦਫ਼ਤਰ ਨੇ ਇਸ ਬਾਰੇ ਕੋਈ ਹੁੰਗਾਰਾ ਨਹੀਂ ਦਿੱਤਾ। ਸ਼੍ਰੋਮਣੀ ਕਮੇਟੀ ਵੱਲੋਂ ਜਿਨ੍ਹਾਂ 9 ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸੂਚੀ ਭੇਜੀ ਹੈ ਉਹਨਾਂ ਵਿੱਚ ਗੁਰਦੀਪ ਸਿੰਘ ਖੇੜਾ 32 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹੈ। ਇਹਨਾਂ ਦੇ ਉੱਤੇ ਜਿਹੜਾ ਨਜ਼ਰ ਮਾਰ ਲਈਏ ਕਿ 32 ਸਾਲ ਤੋਂ ਜਗਦੀਪ ਸਿੰਘ ਖੇੜਾ ਜਿਹੜੇ ਹੈ ਉਹ ਜੇਲ੍ਹ ਦੇ ਵਿੱਚ ਬੰਦ ਆ। ਇਸੇ ਤਰ੍ਹਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ 27 ਸਾਲਾਂ ਤੋਂ ਆ। ਬਲਵੰਤ ਸਿੰਘ ਰਾਜੋਆਣਾ, ਲਖਵਿੰਦਰ ਸਿੰਘ, ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ ਸਾਰੇ 27 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਆ। ਤਾਂ ਇਹ ਜੇਲ੍ਹਾਂ ਵਿੱਚ ਬੰਦ ਇਹਨਾਂ ਕੈਦੀਆਂ ਦੇ ਬਾਰੇ ਜਿਹੜੇ ਸਿੱਖ ਕੈਦੀ ਆ ਵਾਰ-ਵਾਰ ਮੰਗ ਉਠਾਈ ਜਾ ਰਹੀ ਹੈ। ਇਸੇ ਤਰ੍ਹਾਂ ਭਾਈ ਜਗਤਾਰ ਸਿੰਘ ਹਵਾਰਾ ਦੀ ਗੱਲ ਕੀਤੀ ਜਾਵੇ ਤਾਂ ਉਹ 26 ਸਾਲਾਂ ਤੋਂ ਆ। ਪਰਮਜੀਤ ਸਿੰਘ ਭਿਓਰਾ ਜਿਹੜੇ ਨੇ 25 ਸਾਲਾਂ ਤੋਂ ਆ ਅਤੇ ਜਗਤਾਰ ਸਿੰਘ ਤਾਰਾ 17 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਆ। ਪਰ ਇੱਥੇ ਇੱਕ ਗੱਲ ਜਿਹੜੀ ਗੌਰ ਕਰਨ ਵਾਲੀ ਆ ਉਹ ਇਹ ਹੈ ਕਿ ਇਸ ਦੇਸ਼ ਦੇ ਵਿੱਚ ਉਮਰ ਕੈਦ ਦੀ ਸਜ਼ਾ ਕਿੰਨੀ ਹੋ ਸਕਦੀ ਹੈ, ਪਰ ਉਹਨਾਂ ਨੇ ਤਾਂ ਉਮਰ ਕੈਦ ਜਿਹੜੀ ਸਜ਼ਾ ਸੀਗੀ ਉਹਦੀ ਇੱਕ ਹੱਦ ਮੁਕਰਰ ਹੁੰਦੀ ਹੈ, ਪਰ ਉਸ ਮੁਕਰਰ ਹੱਦ ਤੋਂ ਜ਼ਿਆਦਾ ਸਜ਼ਾ ਜਿਹੜੀ ਆ ਉਹ ਭੁਗਤ ਲਈ ਹੈ। ਇਸ ਦੇ ਬਾਵਜੂਦ ਵੀ ਉਹਨਾਂ ਨੂੰ ਰਿਹਾ ਕਰਨ ਵਾਲੇ ਪਾਸੇ ਕੋਈ ਉਦਮ ਨਹੀਂ ਕੀਤਾ ਜਾ ਰਿਹਾ। ਇਸ ਤੋਂ ਪਹਿਲਾਂ ਵੀ ਇੱਕ ਕਮੇਟੀ ਬਣਾਈ ਗਈ ਸੀ ਜੋ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਦੇ ਵਿੱਚ ਸਫਲ ਨਹੀਂ ਹੋ ਸਕੀ। ਤਾਂ ਇਹ ਜਿਹੜੇ ਬੰਦੀ ਸਿੰਘ ਹੈ
ਇਹ ਵੱਖ-ਵੱਖ ਜਿਹੜੀਆਂ ਇਹਨਾਂ ਦੇ ਉੱਤੇ ਧਾਰਾਵਾਂ ਲਗਾਈਆਂ ਗਈਆਂ ਨੇ ਔਰ ਉਹਨਾਂ ਧਾਰਾਵਾਂ ਦੇ ਤਹਿਤ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਲੰਬੇ ਸਮੇਂ ਤੋਂ ਰੱਖਿਆ ਗਿਆ ਆ। ਹਾਲਾਂਕਿ ਇਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋਈਆਂ ਕਾਫੀ ਅਰਸਾ ਹੋ ਗਿਆ, ਪਰ ਇਸ ਦੇ ਬਾਵਜੂਦ ਵੀ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। ਔਰ ਜਦੋਂ ਇਹਨਾਂ ਨੂੰ ਛੱਡਣ ਦੀ ਗੱਲ ਕਦੇ ਕੇਂਦਰ ਨੇ ਕੀਤੀ ਹੈ ਤਾਂ ਕੁਛ ਇਸ ਦੇਸ਼ ਵਿੱਚ ਅਜਿਹੇ ਸੰਕੀਰਨ ਸੋਚ ਵਾਲੇ ਲੋਕ ਬੈਠੇ ਆ ਜਿਹੜੇ ਇੰਨੇ ਕੁ ਤੜਫਦੇ ਆ, ਜਿਨ੍ਹਾਂ ਨੂੰ ਇੰਨੀ ਕੁ ਤਲਖੀ ਲੱਗਦੀ ਆ ਕਿ ਖੌਰੇ ਜੇ ਸਿੱਖ ਬੰਦੀਆਂ ਦੀ ਰਿਹਾਈ ਹੋ ਜੂਗੀ ਤਾਂ ਫਿਰ ਖਰੇ ਕੀ ਭੁਚਾਲ ਆ ਜੂਗਾ ਦੇਸ਼ ਦੇ ਵਿੱਚ, ਕਿ ਜਿਸ ਕਰਕੇ ਉਹ ਰੌਲਾ ਪਾ ਵਿੱਢਦੇ ਆ, ਜਿਸ ਕਰਕੇ ਸਰਕਾਰ ਜਿਹੜੀ ਹੈ ਉਹ ਫੇਰ ਸੁਚੇਤ ਹੋ ਜਾਂਦੀ ਹੈ ਵੀ ਇਹ ਨਾ ਹੋਵੇ ਕਿਤੇ ਸਿੱਖ ਜਥੇਬੰਦੀਆਂ ਜਿਸ ਤਰ੍ਹਾਂ ਮੰਗ ਕਰਦੀਆਂ ਪਈਆਂ ਸਿੱਖ ਕੈਦੀਆਂ ਦੀ ਰਿਹਾਈ ਵਾਸਤੇ, ਜੇ ਛੱਡ ਦਿੱਤੇ ਤਾਂ ਫਿਰ ਪਤਾ ਨਹੀਂ ਕੋਈ ਜਿਹੜਾ ਆ ਦੇਸ਼ ਦੇ ਵਿੱਚ ਜਿਹੜੀ ਕੋਈ ਸ਼ਾਂਤੀ ਨਾ ਭੰਗ ਹੋ ਜਾਏ। ਇੰਨਾ ਡਰ, ਇੰਨਾ ਤੌਖਲਾ ਜਿਹੜਾ ਆ ਉਹ ਪੈਦਾ ਕੀਤਾ ਜਾਂਦਾ ਆ। ਔਰ ਖ਼ਾਸ ਤੌਰ 'ਤੇ ਉਹ ਜਿਹੜੇ ਬੋਲਦੇ ਆ, ਜਿਹੜੇ ਸੋਸ਼ਲ ਮੀਡੀਆ ਉੱਤੇ ਆ ਕੇ ਬੋਲਦੇ ਆ, ਉਹਨਾਂ ਦੇ ਬੰਨਿਓ ਇੱਕ ਅਜਿਹਾ ਪ੍ਰਾਪੇ ਗੰਢਾ ਕੀਤਾ ਜਾਂਦਾ ਹੈ, ਅਜਿਹੀ ਗੱਲ ਰੱਖੀ ਜਾਂਦੀ ਹੈ। ਅਸੀਂ ਕਈ ਵਾਰੀ ਦੇਖਿਆ ਹੈ ਕਿ ਉਹ ਗੱਲ ਅਜਿਹੀ ਕੱਢ ਮਾਰਦੇ ਆ ਜਿਸ ਨੂੰ ਜੇ ਚੰਗਾ ਭਲਾ ਬੰਦਾ ਕੋਈ ਸੁਣਦਾ ਵੀ ਆ ਤਾਂ ਉਹਨੂੰ ਐਂ ਲੱਗਦਾ ਵੀ ਸੱਚੀ ਗੱਲ ਆ, ਵੀ ਜੇ ਇਹ ਬੰਦੀ ਬਾਹਰ ਆ ਗਏ ਤਾਂ ਫਿਰ ਹੋ ਸਕਦਾ ਹੈ ਕਿ ਕੋਈ ਬਹੁਤ ਵੱਡਾ ਜਿਹੜਾ ਸੰਕਟ ਆ ਉਹ ਦੇਸ਼ ਲਈ ਖੜਾ ਹੋ ਜਾਊਗਾ। ਹਾਲਾਂਕਿ ਦੇਖੋ, ਇੱਕ ਗੱਲ ਇਨਸਾਨੀਅਤ ਨਾਤੇ ਵੀ ਜੇ ਸੋਚੀ ਜਾਵੇ ਕਿ ਜਿਸ ਬੰਦੇ ਨੇ ਜ਼ਿੰਦਗੀ ਜਿਹੜੀ ਆ ਇੱਕ ਵਾਰੀ ਮਿਲੀ ਸੀ ਜਾਂ ਆਪਣੀ ਉਮਰ ਹੀ ਜੇਲ੍ਹ ਦੇ ਵਿੱਚ ਬਿਤਾ ਲਈ ਹੈ, ਉਹ ਬੰਦਾ ਹੁਣ ਬਾਹਰ ਆ ਕੇ ਫੇਰ ਹੀ ਉਹੋ ਜਿਹੀਆਂ ਗਤੀਵਿਧੀਆਂ ਕਿਉਂ ਕਰੂਗਾ। ਕਾਨੂੰਨੀ ਤੌਰ ਦੇ ਉੱਤੇ ਅਗਰ ਦੇਖਿਆ ਜਾਵੇ ਤੇ ਸਜ਼ਾ ਦਿੱਤੀ ਗਈ ਆ, ਸਜ਼ਾ ਵਿੱਚ ਚਲੋ ਇੱਥੇ ਇੱਕ ਗੱਲ ਦੂਸਰੇ ਪੱਖ ਤੋਂ ਕਰ ਲੈਂਦੇ ਆ ਵੀ ਜੇ ਉਹ ਗਲਤ ਸੀਗੇ ਵੀ ਤੇ ਹੁਣ ਤਾਂ ਉਹਨਾਂ ਨੇ ਇੱਕ ਉਮਰ ਵਿਹਾਜ ਲਈ ਆਪਦੀ ਉਮਰ ਬਿਤਾਤੀ, ਆਪਦੀਆਂ ਜਵਾਨੀਆਂ ਜਿਹੜੀਆਂ ਜੇਲ੍ਹਾਂ ਵਿੱਚ ਉਹਨਾਂ ਦੀਆਂ ਸੜ ਗਈਆਂ। ਹੁਣ ਜਦੋਂ ਬਾਹਰ ਆਉਣਗੇ ਤੇ ਜੇ ਹੁਣ ਵੀ ਆ ਕੇ ਫਿਰ ਉਹੋ ਹੀ ਗਤੀਵਿਧੀਆਂ ਕਰਦੇ ਆ, ਫਿਰ ਉਹ ਆ ਕੇ ਦੁਬਾਰਾ ਅਗਰ ਫੜੇ ਜਾਣਗੇ ਤਾਂ ਫਿਰ ਕੀ ਰਹਿ ਗਿਆ? ਕਾਹਦੇ ਵਾਸਤੇ ਰਿਹਾਈ ਹੋਣੀ ਸੀਗੀ? ਫਿਰ ਕਾਹਦੇ ਵਾਸਤੇ ਐਡੇ ਪ੍ਰਾਪੇ ਗੰਢੇ, ਇੰਨਾ ਜ਼ਿਆਦਾ ਜਿਹੜੀਆਂ ਕੋਸ਼ਿਸ਼ਾਂ ਸੀਗੀਆਂ ਸਿੱਖਾਂ ਵੱਲੋਂ ਕੀਤੀਆਂ ਜਾਣ? ਇਹੋ ਜਿਹਾ ਕੋਈ ਮਤ ਕਦੇ ਵੀ ਨਹੀਂ ਹੁੰਦਾਗਾ। ਹਾਲਾਂਕਿ ਕਿਸੇ ਦੇ ਬਾਰੇ ਜੱਜਮੈਂਟ ਨਹੀਂ ਕੀਤੀ ਜਾ ਸਕਦੀ, ਪ੍ਰੀ ਜੱਜਮੈਂਟ ਨਹੀਂ ਕੀਤੀ ਜਾ ਸਕਦੀ, ਕਿਸੇ ਬਾਰੇ ਇੱਦਾਂ ਦੀ ਗੱਲ ਨਹੀਂ ਕਹੀ ਜਾ ਸਕਦੀ ਕਿ ਭਵਿੱਖ ਦੇ ਵਿੱਚ ਉਹ ਕਿੱਦਾਂ ਦਾ ਨਿਕਲੂਗਾ। ਪਰ ਗੱਲ ਇੱਥੇ ਮਨੁੱਖਤਾ ਦੀ ਆਉਂਦੀ ਹੈ ਕਿ ਮਨੁੱਖਤਾ ਦੇ ਸਰੋਕਾਰਾਂ ਨੂੰ ਦੇਖਦੇ ਹੋਏ ਜੇ ਇਹ ਗੱਲ ਨੂੰ ਇੱਦਾਂ ਰੱਖਿਆ ਜਾਵੇ ਕਿ ਜੇ ਉਹ ਬਾਹਰ ਆ ਜਾਂਦੇ ਹੈ ਤਾਂ ਉਹਨਾਂ ਦਾ ਹੱਕ ਬਣਦਾ ਆ। ਦੁਨੀਆ ਦੀ ਕਿਸੇ ਵੀ ਜੇਲ੍ਹ ਦੇ ਵਿੱਚ, ਕਿਸੇ ਵੀ ਕਾਨੂੰਨ ਦੇ ਵਿੱਚ ਅਜਿਹਾ ਨਹੀਂ ਹੈਗਾ ਕਿ ਜਿਸ ਕੈਦੀ ਨੂੰ ਇੱਕ ਸਜ਼ਾ ਜਿਹੜੀ ਹੈ ਉਹ ਦਿੱਤੀ ਗਈ ਹੋਵੇ ਤੇ ਜਦੋਂ ਉਹ ਸਜ਼ਾ ਪੂਰੀ ਕਰ ਲਵੇ ਤਾਂ ਫਿਰ ਉਹ ਪੂਰੀ ਕਰਨ ਤੋਂ ਬਾਅਦ ਜਿਹੜੀ ਹੈ ਉਹਨਾਂ ਨੂੰ ਬਾਹਰ ਦਾ ਜਿਹੜੀ ਰਿਹਾਈ ਆ ਉਹ ਤਾਂ ਉਹਨਾਂ ਨੂੰ ਬਾਹਰ ਕੱਢਣਾ ਹੀ ਹੁੰਦਾ। ਰਿਹਾਈ ਜਿਹੜੀ ਆ ਉਹ ਉਹਨਾਂ ਦੀ ਹੁੰਦੀ ਹੀ ਹੁੰਦੀ ਹੈ। ਜਿਵੇਂ ਕਿ ਹੁਣ 31 ਸਾਲਾਂ ਬਾਅਦ ਰਾਜੀਵ ਗਾਂਧੀ ਕਤਲ ਕੇਸ ਦੇ ਵਿੱਚ ਜਿਹੜੇ ਸਾਰੇ ਦੋਸ਼ੀ ਸੀਗੇ ਉਹਨਾਂ ਨੂੰ ਰਿਹਾ ਕੀਤਾ ਗਿਆ। ਔਰ ਇੱਥੇ ਇੱਕ ਮੈਂ ਗੱਲ ਕਹਿਣੀ ਚਾਹੂੰਗਾ ਕਿ ਸੁਪਰੀਮ ਕੋਰਟ ਨੇ ਆਪ ਇਹ ਗੱਲ ਕੀਤੀ ਸੀ, ਤਾਮਿਲਨਾਡੂ ਸਰਕਾਰ ਉੱਥੇ ਆਪ ਉਹਨਾਂ ਨੇ ਗੱਲ ਕੀਤੀ ਸੀ ਕਿ ਭਾਈ ਇਹਨੂੰ ਜਿਹੜਾ ਹੈਗਾ ਆ ਹੁਣ ਤੁਸੀਂ ਵੇਖੋ ਵੀ ਇਹ ਤਾਂ ਹੁਣ 31 ਸਾਲ ਦਾ ਸਮਾਂ ਹੋ ਚੁੱਕਿਆ ਤੇ ਇਹਨਾਂ ਨੂੰ ਜੇਲ੍ਹਾਂ 'ਚ ਰੱਖ ਕੇ ਤੁਸੀਂ ਕਰਨਾ ਕੀ ਆ, ਇਹਨਾਂ ਨੂੰ ਛੱਡੋ। ਹੁਣ ਉਹਨਾਂ ਨੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਦਾ ਕਤਲ ਕਰਤਾ। ਰਾਜੀਵ ਗਾਂਧੀ ਪ੍ਰਧਾਨ ਮੰਤਰੀ ਸੀ, ਕਾਂਗਰਸ ਪਾਰਟੀ ਵੱਲੋਂ ਸੀਗੇ। ਜਦੋਂ ਉਹਨਾਂ ਦਾ ਕਤਲ ਹੁੰਦਾ ਪਿਆ ਆ, 31 ਸਾਲ ਪਹਿਲਾਂ ਇਹ ਕਤਲ ਹੋਇਆ ਤੇ ਦੋਸ਼ੀ 31 ਸਾਲਾਂ ਦੇ ਬਾਅਦ ਰਿਹਾ ਵੀ ਹੋ ਗਏ ਆ। ਸੁਪਰੀਮ ਕੋਰਟ ਨੇ ਇਹ ਗੱਲ ਕਹੀ ਆ। ਤਾਂ ਦੂਸਰੇ ਪਾਸੇ ਸੰਵਿਧਾਨ ਦੇ ਵਿੱਚ, ਕਾਨੂੰਨ ਦੇ ਵਿੱਚ ਇਹ ਵੀ ਗੱਲ ਆ ਕਿ ਕੋਈ ਵੀ ਸੂਬਾ ਆ ਜਿੱਥੋਂ ਦੇ ਉਹ ਲੋਕ ਹੁੰਦੇ ਆ ਜਿਨ੍ਹਾਂ ਨੂੰ ਸਜ਼ਾ ਮਿਲੀ ਹੋਈ ਆ, ਇਹ ਨੁਕਤਾ ਵੀ ਉੱਭਰ ਕੇ ਸਾਹਮਣੇ ਆਇਆ ਸੀ ਵੀ ਜਿੱਥੋਂ ਦੇ ਲੋਕ ਹੁੰਦੇ, ਸੁਣਨ ਵਾਲੀ ਗੱਲ ਹੈ ਕਿ ਜਿੱਥੋਂ ਦੇ ਲੋਕ ਹੁੰਦੇ ਆ, ਜਿੱਥੋਂ ਦੇ ਉਹ ਅਪਰਾਧੀ ਹੁੰਦੇ ਆ ਜਾਂ ਦੋਸ਼ੀ ਹੁੰਦੇ ਆ, ਜੇ ਸੂਬਾ ਸਰਕਾਰ ਚਾਹਵੇ ਤੇ ਆਪਣੇ ਤੌਰ ਦੇ ਉੱਤੇ ਉਹ ਵੀ ਉਹਨਾਂ ਦੀ ਰਿਹਾਈ ਦੀ ਜਿਹੜੀ ਮੰਗ ਆ ਉਹ ਕਰ ਸਕਦੀ ਹੈ। ਮਿਸਾਲ ਦੇ ਤੌਰ ਦੇ ਉੱਤੇ ਜੈਲਲਿਤਾ ਜਦੋਂ ਤਾਮਿਲਨਾਡੂ ਦੀ ਮੁੱਖ ਮੰਤਰੀ ਸੀਗੀ, ਉਹਨੇ ਇਹ ਮੁੱਦਾ ਉਠਾਇਆ ਸੀਗਾ। ਉਸ ਨੇ ਗੱਲ ਕੀਤੀ ਸੀਗੀ ਕਿ ਰਾਜੀਵ ਗਾਂਧੀ ਕਤਲ ਕੇਸ ਦੇ ਵਿੱਚ ਜਿਹੜੇ ਸਾਡੇ ਰਾਜ ਦੇ ਨਾਲ ਸੰਬੰਧਿਤ ਇਹ ਕੈਦੀ ਹੈ, ਇਹਨਾਂ ਦੀ ਰਿਹਾਈ ਵਾਲਾ ਜਿਹੜਾ ਪਰਫਾਰਮੈਂਸ ਸੀਗਾ ਉਹਨੇ ਤਿਆਰ ਕਰਕੇ ਇਸ ਬਾਰੇ ਜਿਹੜਾ ਸੀਗਾ ਮੁੱਦਾ ਉਠਾਇਆ ਸੀਗਾ। ਹੁਣ ਜੇ ਸਾਡੀਆਂ ਸਰਕਾਰਾਂ ਦੀ ਗੱਲ ਕੀਤੀ ਜਾਵੇ, ਸਾਡੇ ਇੱਥੇ ਪੰਜਾਬ ਦੇ ਵਿੱਚ ਆਮ ਤੌਰ ਦੇ ਉੱਤੇ ਇਹ ਗੱਲ ਕੀਤੀ ਜਾਂਦੀ ਹੈ ਵੀ ਸਿੱਖ
ਧਰਮ ਕੌਮ ਦੇ ਨਾਲ ਸੰਬੰਧਿਤ ਆ ਉਹ ਸਾਰੇ ਕੈਦੀ। ਜੇ ਕੌਮ ਦੇ ਵੱਲੋਂ ਮੁੱਦਾ ਉਠਾਇਆ ਜਾ ਰਿਹਾ ਤਾਂ ਫਿਰ ਕੀ ਗਲਤ ਆ? ਸੂਬਾ ਸਰਕਾਰਾਂ ਨੂੰ ਵੀ ਇਹ ਮੁੱਦਾ ਉਠਾਉਣਾ, ਸਾਡੀ ਸਰਕਾਰ ਨੂੰ ਵੀ ਚਾਹੀਦਾ ਸੀ ਬੰਦੀ ਸਿੰਘਾਂ ਦੀ ਰਿਹਾਈ ਦਾ। ਹਾਲਾਂਕਿ ਚਾਹੇ ਪਹਿਲੀਆਂ ਸਰਕਾਰਾਂ ਅਕਾਲੀ ਭਾਜਪਾ ਰਹੀ ਹੋਵੇ, ਚਾਹੇ ਉਸ ਤੋਂ ਬਾਅਦ ਕਾਂਗਰਸ ਰਹੀ ਹੋਵੇ, ਉਦੋਂ ਪਹਿਲਾਂ ਵੀ ਕਾਂਗਰਸ ਰਹੀ, ਉਸ ਤੋਂ ਬਾਅਦ ਹੁਣ ਜੇ ਭਗਵੰਤ ਮਾਨ ਸਰਕਾਰ ਆ, ਇੱਥੇ ਇੱਕ ਗੱਲ ਇਹ ਸੀਗੀ ਕਿ ਇਹ ਸਰਕਾਰ ਆਪਣੇ ਤੌਰ ਦੇ ਉੱਤੇ ਜੇ ਮੁੱਦਾ ਉਠਾਉਂਦੀ ਤਾਂ ਉਹ ਕਿੰਨਾ ਵਧੀਆ ਹੋਣਾ ਸੀਗਾ। ਇਸ ਮੁੱਦਾ ਉਠਾ ਕੇ ਤੇ ਇਹ ਪੱਖ ਸੁਪਰੀਮ ਕੋਰਟ ਦੇ ਸਾਹਮਣੇ ਰੱਖਦੀ। ਪਰ ਗੱਲ ਇਹੀ ਹੈ ਕਿ ਜਿਹੜੀ ਵਾਰ-ਵਾਰ ਚਿੰਤਾ ਦਾ ਵਿਸ਼ਾ ਬਣਦੀ ਆ, ਚਿੰਤਾ ਦਾ ਵਿਸ਼ਾ ਇਹ ਬਣਦੀ ਪਈ ਆ ਕਿ ਇਸ ਮੁਲਕ ਦੀਆਂ ਜਿਹੜੀਆਂ ਘੱਟ ਗਿਣਤੀਆਂ ਆ ਉਹਨਾਂ ਵੱਲੋਂ ਇਹ ਸਵਾਲ ਵਾਰੀ-ਵਾਰੀ ਉਠਾਇਆ ਜਾਂਦਾ ਹੈ ਕਿ ਜਿਹੜੇ ਮਾਪਦੰਡ ਬਹੁਗਿਣਤੀ ਦੇ ਉੱਤੇ ਵੀ ਲਾਗੂ ਹੁੰਦੇ ਆ, ਘੱਟ ਗਿਣਤੀਆਂ ਉੱਤੇ ਵੀ ਲਾਗੂ ਹੁੰਦੇ ਆ, ਜਾਂ ਕਹਿ ਸਕੋ ਕਿ ਦੇਸ਼ ਦੇ ਨਾਗਰਿਕ ਤਾਂ ਸਾਰੇ ਸਾਂਝੇ ਆ, ਦੇਸ਼ ਇੱਕ ਹੈ, ਝੰਡਾ ਇੱਕ ਹੈ, ਫਿਰ ਇਸ ਦੇ ਸੰਵਿਧਾਨ ਕਾਨੂੰਨ ਇੱਕ ਹੈ, ਫਿਰ ਘੱਟ ਗਿਣਤੀਆਂ ਕੌਮਾਂ ਜਿਹੜੀਆਂ ਉਹਨਾਂ ਉੱਤੇ ਉਹ ਹੋਰ ਤਰੀਕੇ ਕਿਉਂ ਲਾਗੂ ਹੁੰਦੇ ਆ, ਤੇ ਜਿਹੜੀ ਬਹੁਗਿਣਤੀ ਕੌਮ ਆ ਉਹਨਾਂ ਉੱਤੇ ਹੋਰ ਤਰੀਕੇ ਕਿਉਂ ਲਾਗੂ ਹੁੰਦੇ ਆ, ਉਹਨਾਂ ਦੇ ਵਾਸਤੇ ਰਿਆਇਤ ਕਿਉਂ ਆ ਤੇ ਘੱਟ ਗਿਣਤੀਆਂ ਦੇ ਵਾਸਤੇ ਇੰਨੀ ਕਰੜਾਈ ਕਿਉਂ ਆ? ਇਹ ਵੀ ਵੱਡੇ ਸਵਾਲ ਜਿਹੜੇ ਆ ਉਹ ਉੱਠਦੇ ਆ। ਇਸ ਕਰਕੇ ਹੀ ਜਿਹੜੇ ਲੰਬੇ ਅਰਸੇ ਤੋਂ ਇਹ ਕੈਦੀ ਜਿਹੜੇ ਨੇ, ਸਿੱਖ ਕੈਦੀ ਨੇ, ਜਿਹੜੇ ਸਜ਼ਾਵਾਂ ਭੁਗਤ ਰਹੇ ਨੇ, ਉਹਨਾਂ ਦੇ ਬਾਰੇ ਵਾਰ-ਵਾਰ ਜਿਹੜੀ ਮੰਗ ਆ ਉਹ ਉਠਾਈ ਗਈ ਹੈ, ਪਰ ਕੋਈ ਅਸਰ ਨਹੀਂ ਹੋਇਆ। ਇੱਥੋਂ ਤੱਕ ਹੈਰਾਨੀ ਦੀ ਗੱਲ ਆ ਕਿ ਆਪਣੇ ਆਪ ਨੂੰ ਸਿੱਖਾਂ ਦੀ ਪਾਰਟੀ ਖਵਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਦੇ ਨਾਲ ਇੰਨੇ ਚਿਰ ਭਾਈਵਾਲੀ ਰਹੀ ਹੈ। ਫਿਰ ਅਸੀਂ ਦੇਖਿਆ ਹੈ ਕਿ ਕੇਂਦਰ ਦੇ ਵਿੱਚ ਜਦੋਂ ਭਾਜਪਾ ਦੇ ਨਾਲ ਸਾਂਝ ਸੀ ਤਾਂ ਭਾਜਪਾ ਸੱਤਾ ਦੇ ਵਿੱਚ ਨਰਿੰਦਰ ਮੋਦੀ ਆ, ਕਿਉਂਕਿ ਹਜੇ 2 ਸਾਲ ਹੀ ਹੋਈ ਆ ਅਕਾਲੀ ਦਲ ਨੇ ਜਿਹੜਾ ਤੋੜ ਵਿਛੋੜਾ ਕੀਤਾ ਆ, ਤਾਂ ਇਸ ਦੇ ਬਾਵਜੂਦ ਜਿਹੜੀ ਸਿੱਖਾਂ ਦੀ ਆਪਦੇ ਆਪ ਨੂੰ ਪਾਰਟੀ ਸਿੱਧ ਕਰਨ ਵਾਲਾ ਅਕਾਲੀ ਦਲ ਹੈ, ਉਹਨਾਂ ਨੇ ਵੀ ਪੂਰੀ ਠੋਸ ਦਲੀਲ ਦੇ ਨਾਲ ਕਦੇ ਸਿੱਖ ਕੈਦੀਆਂ ਦੀ ਮੰਗ ਨਹੀਂ ਉਠਾਈ। ਜੇ ਕਿਤੇ ਮਾੜੀ ਮੋਟੀ ਚਰਚਾ ਕੀਤੀ ਹੈ ਤਾਂ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੈ, ਇਸ ਤੋਂ ਇਲਾਵਾ ਹੋਰ ਕੁਝ ਨਹੀਂ ਗਾ। ਪਰ ਹੁਣ ਇੱਕ ਵਾਰੀ ਇਹੋ ਜਿਹੇ ਮੁੱਦੇ ਵੀ ਉਠਾਏ ਜਾ ਰਿਹਾ। ਇੱਥੇ ਇੱਕ ਗੱਲ ਦੂਸਰੇ ਪੱਖ 'ਚ ਵੀ ਕਰ ਲਈ ਜਾਵੇ ਕਿ ਹੁਣ ਜੋ ਸ਼੍ਰੋਮਣੀ ਅਕਾਲੀ ਦਲ ਦਾ ਵਕਾਰ ਪੰਜਾਬ ਦੇ ਵਿੱਚ ਬਣਿਆ ਹੋਇਆ, ਜਿਸ ਤਰੀਕੇ ਨਾਲ ਉਹ ਮੁੜ ਪਹਿਲਾਂ ਵਾਲੀ ਤਾਕਤ ਵਿੱਚ ਆਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਤਾਂ ਇਹਨਾਂ ਕੋਸ਼ਿਸ਼ਾਂ ਦੇ ਨਾਲ ਇਹ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਜੇ ਹੁਣ ਹੋਰ ਕੋਈ ਨਹੀਂ ਰਿਹਾ ਜ਼ਰੀਆ, ਤਾਂ ਕੋਈ ਜਿਹੜੇ ਇਹੋ ਜਿਹੇ ਮੁੱਦੇ ਆ ਚਲੋ ਉਹਨਾਂ ਨੂੰ ਹੀ ਲੈ ਕੇ ਕੋਈ ਗੱਲ ਕੀਤੀ ਜਾਵੇ ਤਾਂ ਕਿ ਕਿਸੇ ਤਰੀਕੇ ਨਾਲ ਜਿਹੜੇ ਪੰਜਾਬ ਦੇ ਲੋਕ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਭੁਗਤ ਜਾਣ। ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਸ ਦੇ ਮਗਰ ਸਾਰਾ ਜਿਹੜਾ ਵੱਡਾ ਹੱਥ ਆ ਉਹ ਸ਼੍ਰੋਮਣੀ ਅਕਾਲੀ ਦਲ ਦਾ। ਇਹ ਜੱਗ ਜ਼ਾਹਿਰ ਹੈ, ਸਾਡੇ ਕਹਿਣ ਨਾਲ ਕੁਝ ਨਹੀਂ ਹੁੰਦਾ, ਕਿਉਂਕਿ ਜਿਸ ਤਰੀਕੇ ਹੁਣ ਵੀ ਦੇਖਿਆ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹੋਣਾ ਮੰਨਿਓ ਹੀ ਜਿਹੜਾ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਦਾ ਪਹਿਲਾ ਹੀ ਨਾਮ ਜਿਹੜਾ ਸੀ ਅਨਾਉਂਸ ਕਰ ਦਿੱਤਾ ਗਿਆ ਸੀਗਾ ਭਾਈ ਹਰਜਿੰਦਰ ਸਿੰਘ ਧਾਮੀ ਦਾ। ਹਾਲਾਂਕਿ ਹੁਣ ਦੂਜੀ ਵਾਰੀ ਬਣਿਆ, ਪਰ ਇੱਥੇ ਭਾਈ ਧਾਮੀ ਜਿਹੜੇ ਆ ਉਹ ਪੜ੍ਹੇ ਲਿਖੇ ਆ, ਐਡਵੋਕੇਟ ਆ, ਤਾਂ ਉਹਨਾਂ ਨੇ ਹੁਣ ਜਿਹੜੀ ਇਹ ਮੁੱਦਾ ਚੁੱਕਿਆ, ਹੁਣ ਇਹਨੂੰ ਤੁਸੀਂ ਜਿਵੇਂ ਮਰਜ਼ੀ ਸਮਝ ਲਿਓ, ਪਰ ਮੁੱਦਾ ਇਹੀ ਹੈ ਕਿ ਸੱਤਾ ਵਿੱਚ ਵਾਪਸ ਆਉਣ ਦੇ ਉੱਤੇ ਵੀ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੇ ਉਪਰਾਲੇ ਆ। ਪਰ ਦੂਸਰੇ ਪੱਖ ਤੋਂ ਹੁਣ ਜਿਹੜਾ ਉਪਰਾਲਾ ਆ ਉਹ ਇੱਕ ਵਧੀਆ ਉਪਰਾਲਾ ਕਹਿ ਸਕਦੇ ਆ ਕਿ ਸਿੱਖ ਕੈਦੀਆਂ ਦੀ ਰਿਹਾਈ ਦੇ ਬਾਰੇ। ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਸੰਘਰਸ਼ ਵਿੱਚ 9 ਬੰਦੀ ਸਿੰਘਾਂ ਵਾਸਤੇ ਨਹੀਂ, ਸਗੋਂ ਸਾਰੇ ਬੰਦੀ ਸਿੰਘਾਂ ਲਈ ਆ ਜੋ ਅਜਿਹੇ ਕੇਸਾਂ ਵਿੱਚ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ ਆ। ਇਹਨਾਂ ਵਿੱਚੋਂ ਕਈਆਂ ਕੋਲੋਂ ਸਿੱਖ ਧਾਰਮਿਕ ਸਾਹਿਤ, ਸਿੱਖ ਝੰਡੇ ਅਤੇ ਅਜਿਹੀ ਸਮੱਗਰੀ ਬਰਾਮਦ ਹੋਈ ਹੈ। ਇਹ ਸਾਰੀ ਸਮੱਗਰੀ ਸਿੱਖ ਧਰਮ ਪ੍ਰਚਾਰ ਨਾਲ ਸੰਬੰਧਿਤ ਹੈ, ਪਰ ਇਸ ਨੂੰ ਇਤਰਾਜ਼ਯੋਗ ਦੱਸਿਆ ਗਿਆ ਹੈ। ਇਹ ਵੀ ਬੜੀ ਹੈਰਾਨੀ ਵਾਲੀ ਗੱਲ ਸੀਗੀ। ਉਹਨੇ ਕਿਹਾ ਕਿ ਦਸਤਖਤ ਮੁਹਿੰਮ ਸਿਰਫ ਪੰਜਾਬ ਵਿੱਚ ਹੀ ਨਹੀਂ, ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਸੂਬਿਆਂ ਵਿੱਚ ਸਿੱਖ ਮਿਸ਼ਨ ਕੇਂਦਰਾਂ ਅਤੇ ਗੁਰਦੁਆਰਾ ਕਮੇਟੀਆਂ ਰਾਹੀਂ ਚਲਾਈ ਜਾਵੇਗੀ। ਇਸ ਸੰਬੰਧੀ ਗੁਰਦੁਆਰਿਆਂ, ਵਿਦਿਅਕ ਅਦਾਰਿਆਂ, ਰੇਲਵੇ ਸਟੇਸ਼ਨਾਂ, ਬੱਸ ਅੱਡੇ, ਸ਼ਹਿਰਾਂ, ਕਸਬਿਆਂ, ਪਿੰਡਾਂ ਅਤੇ ਹੋਰ ਥਾਵਾਂ ਦੇ ਉੱਤੇ ਕੈਂਪ ਲਾ ਕੇ ਲੋਕਾਂ ਦੇ ਫਾਰਮ ਭਰੇ ਜਾਣਗੇ ਅਤੇ ਦਸਤਖਤ ਕਰਵਾਏ ਜਾਣਗੇ। ਸੋ ਹੁਣ ਦੇਖਣਾ ਇਹ ਹੋਊਗਾ ਕਿ ਇਹ ਮੁਹਿੰਮ ਕੀ ਰੰਗ ਲਿਆਉਂਦੀ ਆ, ਕਿ ਇਸ ਦੇ ਬਾਵਜੂਦ ਕੇਂਦਰ ਸਰਕਾਰ ਦੇ ਉੱਤੇ ਕੋਈ ਅਸਰ ਹੁੰਦਾ ਆ ਕਿ ਦੇਸ਼ ਦੀ ਸਰਬ ਉੱਚ ਅਦਾਲਤ ਜਿਵੇਂ ਰਾਜੀਵ ਗਾਂਧੀ ਕਤਲ ਕੇਸ ਦੇ ਵਿੱਚ ਖੁਦ ਬੋਲ ਕੇ ਉਹਨੇ ਤਾਮਿਲਨਾਡੂ ਸਰਕਾਰ ਕੋਲ ਮੰਗ ਕੀਤੀ ਸੀ ਕਿ ਪੰਜਾਬ ਦੇ ਇਹਨਾਂ ਸਿੱਖ
कैदियों की रिहाई वास्ते कि सुप्रीम कोर्ट भी कोई इस तरीके का उपराला करूगी या फिर सिखां नूं इस तरीके संघर्ष करना पवेगा। हुण आउने आ जी अगली खबर वाल। तो अगली खबर जिहड़ी आ द कश्मीर फाइल्स जिहड़ी हिंदी फिल्म है उहदे बारे आ कि कश्मीर फाइल्स बारे एक जिहड़ा विवाद आ वो उठिया आ क्योंकि एक इजराइली फिल्म साज ने इस दे उत्ते गलबात कीती है। की गलबात कीती है पहलां वो सारी दे उत्ते गल करदे हां आपां कि इजराइली फिल्म साज नदव लैपड़ वालों फिल्म दी कश्मीर फाइल्स बारे कीतियां टिप्पणियां ने नवां विवाद छेड़ दिता गया। और दोस्तों ये जिहड़ी फिल्म सी ये कश्मीरी पंडितां दे उत्ते बनाई गई सी जिन्हां नूं कश्मीरी अतवादियों के डर कारण उत्थों एक तरीके दे नाल जिहड़ा सीगा कश्मीर नूं छड्ड के बाकी जिहड़े देश के सूबे आ उत्थे हिजरत करनी पई सीगी। हिजरतकारी पंडितां दे उपर ये जिहड़ी फिल्म है वो बनी है। तो कश्मीर फाइल्स बारे कीतियां टिप्पणियां ने नवां विवाद छेड़ दिता है। इत्थे मैं गल जरूर करनी चाहूँगा कि किसी की निजता बहुत जुड़ी हुई आ और निजता जिन्हां दी जुड़ी हुई आ वो अनुपम खेर आ। अनुपम खेर जिहड़े आ उन्हां दा संबंध उन्हां दा पिछोकड़ जिहड़ा आ वो कश्मीर नाल आ और उन्हां दे परिवार नूं भी हिजरत करके आउणा पिया सी। इस करके उन्हां ने इस फिल्म 'च काम भी कीता है ते उस दर्द नूं जिन्नी शिद्दत नाल उन्हां ने महसूस कीता है शायद कोई वो पीड़ नूं उस तरीके नाल महसूस ना कर सके। और हिजरत खास तौर दे उत्ते देखो सन 47 च साडे पंजाब नाल की होया सीगा, वंड पंजाब दी होई सी, देश दी नहीं सी होईगी ते पंजाब नूं किड्डा वड्डा जिहड़ा सल सहना पिया। अज भी 75 सालां बाद दोवें मुल्कां दे विच वसे होए जिहड़े पंजाबी आ अपने विछड़ियां नूं अपने घरां नूं अपने धार्मिक स्थानां नूं याद कर करके रोंदे आ। तां जे उन्हां नूं कश्मीर वालिआं नूं हिजरत करके आपदे जद्दी जिहड़े सीगा इलाकिਆਂ ਨੂੰ ਛੱਡ ਕੇ ਆਉਣਾ ਪਿਆ ਤੇ ਉਹਨਾਂ ਦੀ ਪੀੜ ਤਾਂ ਉਹੀ ਜਾਣਦੇ ਆ ਜਿਹੜੇ ਹਜੇ ਤੱਕ ਜਿਉਂਦੇ ਪਏ ਆ ਔਰ ਜਿਨ੍ਹਾਂ ਨੂੰ ਇਹ ਵੱਡਾ ਸੱਲ ਜਿਹੜਾ ਸੀ ਉਹ ਸਹਿਣਾ ਪਿਆ ਸੀਗਾ। ਹੁਣ ਹੋਇਆ ਕੀ ਹੈ ਮਾਮਲਾ ਕਿੱਥੋਂ ਉਲਝਿਆ ਇਹਦੇ ਉੱਤੇ ਕਿ ਕਸ਼ਮੀਰ ਫਾਈਲਸ ਬਾਰੇ ਇਸ ਫਿਲਮ ਸਾਜ਼ ਜਿਹੜਾ ਨਦਵ ਲੈਪੜ ਹੈ ਇਸ ਨੇ ਟਿੱਪਣੀਆਂ ਕਰਕੇ ਵਿਵਾਦ ਛੇੜਿਆ। ਗੋਆ ਦੇ ਵਿੱਚ ਇਸ ਵਾਰੀ 53ਵਾਂ ਭਾਰਤੀ ਕੌਮਾਂਤਰੀ ਫਿਲਮ ਮੇਲੇ ਦੀ ਜਿਊਰੀ ਦੇ ਮੁਖੀ ਲੈਪੜ ਨੇ ਸੋਮਵਾਰ ਨੂੰ ਹਿੰਦੀ ਫਿਲਮ ਦਾ ਕਸ਼ਮੀਰ ਫਾਈਲ ਨੂੰ ਕੂੜ ਪ੍ਰਚਾਰ ਅਤੇ ਭੱਦੀ ਕਰਾਰ ਦਿੱਤਾ ਸੀ। ਲੈਪੜ ਨੇ ਕਿਹਾ ਸੀ ਕਿ ਉਹ ਇਸ ਫਿਲਮ ਨੂੰ ਮੇਲੇ ਵਿੱਚ ਵਿਖਾਏ ਜਾਣ ਤੇ ਹੈਰਾਨ ਤੇ ਪਰੇਸ਼ਾਨ ਹੈ। ਉਧਰ ਇਜ਼ਰਾਈਲ ਦੇ ਕੌਂਸਲ ਜਨਰਲ ਕੈਬੀ ਸ਼ੇਸ਼ਾਨੀ ਨੇ ਲੈਪੜ ਦੇ ਇਸ ਬਿਆਨ ਦੇ ਉੱਤੇ ਦੂਰੀ ਬਣਾਉਂਦਿਆਂ ਕਿਹਾ ਆ ਕਿ ਕਸ਼ਮੀਰ ਫਾਈਲਸ ਨੂੰ ਲੈ ਕੇ ਚੱਲ ਰਹੀ ਚਰਚਾ ਨਾਲ ਭਾਰਤ ਤੇ ਇਜ਼ਰਾਈਲ ਦੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਉਧਰ ਇਜ਼ਰਾਈਲ ਦੇ ਭਾਰਤ ਵਿਚਲੇ ਰਾਜਦੂਤ ਨਾਉਰ ਗਿਲੋਨ ਨੇ ਇਹ ਗੱਲ ਕੀਤੀ ਹੈ ਕਿ ਲੈਪੜ ਨੇ ਭਾਰਤ ਵੱਲੋਂ ਦਿੱਤੇ ਗਏ ਸੱਦੇ ਦਾ ਅਪਮਾਨ ਕੀਤਾ। ਉਹਨੇ ਆਪਣੇ ਹੀ ਦੇਸ਼ ਦੇ ਇਸ ਡਾਇਰੈਕਟਰ ਨੂੰ ਘੇਰਿਆ, ਉਹਨੂੰ ਕਿਹਾ ਆ ਕਿ ਤੂੰ ਅਪਮਾਨ ਕੀਤਾ ਆ। ਗੋਆ ਵਿੱਚ ਇਹ ਫਿਲਮ ਫੈਸਟੀਵਲ ਹੋ ਰਿਹਾ ਉਹਦੇ ਵਿੱਚ ਆ ਕੇ ਲੈਪੜ ਹੁਣੀ ਇਹ ਗੱਲ ਕਰਦੇ ਪਏ ਆ ਤੇ ਇਸ ਕਰਕੇ ਉਸ ਰਾਜਦੂਤ ਨੇ ਆਪਣੇ ਹੀ ਮੁਲਕ ਦੇ ਇਸ ਬਸ਼ਿੰਦੇ ਨੂੰ ਇਸ ਡਾਇਰੈਕਟਰ ਨੂੰ ਇਸ ਮਾਮਲੇ ਤੇ ਘੇਰਿਆ ਕਿ ਤੈਨੂੰ ਇੱਕ ਤਾਂ ਇੱਥੇ ਮੁੱਖ ਅਹੁਦਾ ਦਿੱਤਾ ਗਿਆ ਫਿਰ ਤੂੰ ਆ ਕੇ ਇਸ ਫਿਲਮ ਦੇ ਬਾਰੇ ਅਜਿਹੀ ਟਿੱਪਣੀ ਕਰ ਰਿਹਾ ਆ। ਤਾਂ ਉਹਨੇ ਇਹ ਵੀ ਗੱਲ ਕਹੀ ਹੈ ਕਿ ਉਹ ਅਜਿਹੇ ਬਿਆਨਾਂ ਦੀ ਨਿਖੇਧੀ ਕਰਦੇ ਨੇ। ਗਿਲੋਨ ਨੇ ਕਿਹਾ ਕਿ ਲੈਪੜ ਜਿਨ੍ਹਾਂ ਨੂੰ ਸਰਕਾਰ ਵਿਰੋਧੀ ਫਿਲਮ ਸਾਜ਼ ਵੱਲੋਂ ਵੇਖਿਆ ਜਾਂਦਾ ਆ ਉਸ ਨੂੰ ਸ਼ਰਮ ਆਉਣੀ ਚਾਹੀਦੀ ਆ। ਸ਼ੇਸ਼ਾਨੀ ਨੇ ਅਦਾਕਾਰ ਅਨੂਪਮ ਖੇਰ ਨਾਲ ਮੰਚ ਸਾਂਝਾ ਕਰਦੇ ਹੋਏ ਕੀਤੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਆ ਕਿ ਦ ਕਸ਼ਮੀਰ ਫਾਈਲਸ ਕੂੜ ਪ੍ਰਚਾਰ ਨਹੀਂ ਬਲਕਿ ਮਜ਼ਬੂਤ ਫਿਲਮ ਹੈ ਜਿਸ ਵਿੱਚ ਕਸ਼ਮੀਰੀ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਥਾਂ ਦਿੱਤੀ ਗਈ ਹੈ। ਫਿਲਮ ਦੀ ਸਟਾਰ ਕਾਸਟ ਵਿੱਚ ਸ਼ਾਮਲ ਰਹੇ ਖੇਰ ਨੇ ਇਜ਼ਰਾਈਲੀ ਰਾਜਦੂਤ ਨਾਲ ਸਹਿਮਤੀ ਜਤਾਉਂਦਿਆਂ ਕਿਹਾ ਹੈ ਕਿ ਲੈਪੜ ਵੱਲੋਂ ਫਿਲਮ ਨੂੰ ਭੱਦੀ ਤੇ ਕੂੜ ਪ੍ਰਚਾਰ ਦੱਸਣ ਨਾਲ ਛਿੜੇ ਵਿਵਾਦ ਨੇ ਭਾਰਤ ਤੇ ਇਜ਼ਰਾਈਲ ਨੂੰ ਹੋਰ ਨੇੜੇ ਲਿਆਂਦਾ ਆ। ਇਜ਼ਰਾਈਲੀ ਫਿਲਮ ਸਾਜ਼ ਨੇ ਗੋਆ ਵਿੱਚ 51ਵੇਂ ਭਾਰਤੀ ਕੌਮਾਂਤਰੀ ਫਿਲਮ ਮੇਲੇ ਦੇ ਸਮਾਪਤੀ ਸਮਾਰੋਹ ਦੌਰਾਨ ਉਪਰੋਕਤ ਜਿਹੜੀ ਇਹ ਟਿੱਪਣੀ ਇਸ ਫਿਲਮ ਦੇ ਬਾਰੇ ਉਹ ਕੀਤੀ ਸੀ। ਅਦਾਕਾਰ ਨੇ ਕਿਹਾ ਕਿ ਜਦੋਂ ਕੋਈ ਕੁਝ ਖਾਸ ਚੀਜ਼ਾਂ ਦਾ ਵਿਰੋਧ ਕਰਦਾ ਆ ਤੇ ਤੁਹਾਨੂੰ ਪਤਾ ਲੱਗਦਾ ਹੈ ਕਿ ਦੋ ਮੁਲਕ ਕਿਵੇਂ ਇਕਜੁੱਟ ਆ। ਕੌਂਸਲ ਜਨਰਲ ਨੇ ਇੱਥੇ ਆ ਕੇ ਜਿਹੜੀ ਸਦਭਾਵਨਾ ਵਿਖਾਈ ਹੈ ਉਹ ਸਾਬਤ ਕਰਦੀ ਹੈ ਕਿ ਇਹ ਇੱਕ ਰਿਸ਼ਤਾ ਆ ਅਤੇ ਇਹ ਰਿਸ਼ਤੇ ਦੀ ਪੀੜ ਹੈ ਕਿਉਂਕਿ ਦੋਵਾਂ ਮੁਲਕਾਂ ਨੇ ਹਿਜਰਤ ਤੇ ਘੱਲੂਘਾਰਿਆਂ ਨੂੰ ਝੱਲਿਆ ਆ
ਤੇ ਇਹੀ ਸੱਚ ਹੈ। ਔਰ ਇਜ਼ਰਾਈਲ ਦੇ ਬਾਰੇ ਤਾਂ ਦੇਖੋ ਕਿੱਡੀ ਵੱਡੀ ਗੱਲ ਆ ਕਿ ਇਜ਼ਰਾਈਲ ਨੂੰ ਕਿੰਨਾ ਪੀੜ ਦੇ ਵਿੱਚੋਂ ਲੰਘਣਾ ਪਿਆ ਆ, ਫਿਰ ਵੀ ਉਹਨਾਂ ਨੇ ਇਸ ਪੱਖ ਨੂੰ ਲੈ ਕੇ ਤਾਂ ਹੀ ਗੱਲ ਕਰ ਦਿੱਤੀ ਹੈ ਕਿ ਜੋ ਇਜ਼ਰਾਈਲ ਨੂੰ ਪੀੜ ਸਹਿਣੀ ਪਈ ਸੀਗੀ, ਕਿਉਂਕਿ ਇਜ਼ਰਾਈਲ ਦਾ ਅਗਰ ਇਤਿਹਾਸ ਵਾਚੀ ਤਾਂ ਇਜ਼ਰਾਈਲ ਦੇ ਵਿੱਚ ਜੋ ਕੁਛ ਹੋਇਆ ਉਹ ਅਸੀਂ ਜਾਣਦੇ ਹਾਂ। ਇਤਿਹਾਸ ਕਦੇ ਪੜ੍ਹ ਕੇ ਦੇਖੀਏ ਤੇ ਰੂਹ ਕੰਬ ਜਾਂਦੀ ਆ। ਤਾਂ ਉਹੋ ਜਿਹੀਆਂ ਜਿਹੜੀਆਂ ਸਥਿਤੀਆਂ ਆ ਉਹਦੇ ਨਾਲ, ਚਾਹੇ ਸਾਨੂੰ ਪੰਜਾਬ ਦੀ ਵੰਡ ਹੋਈ ਆ, ਚਾਹੇ ਹੁਣ ਕਸ਼ਮੀਰ ਵਿੱਚੋਂ ਹਿਜਰਤ ਕਰਨੀ ਪਈ ਲੋਕਾਂ ਨੂੰ, ਹਨ, ਤਾਂ ਸ਼ਿਸ਼ਾਨੀ ਮੁਤਾਬਕ ਕਸ਼ਮੀਰ ਵਿੱਚ ਕਸ਼ਮੀਰੀ ਪੰਡਤ ਭਾਈਚਾਰੇ ਨੇ ਜੋ ਕੁਝ ਹੰਡਾਇਆ ਆ, ਅਨੂਪਮ ਖੇਰ ਨੇ ਫਿਲਮ ਵਿੱਚ ਉਸੇ ਨੂੰ ਪੇਸ਼ ਕੀਤਾ। ਇਜ਼ਰਾਈਲੀ ਸਫੀਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੈਂ ਸਵੇਰੇ ਸਭ ਤੋਂ ਪਹਿਲਾਂ ਮਾਫੀ ਮੰਗਣ ਲਈ ਜਿਸ ਸ਼ਖਸ ਨੂੰ ਫੋਨ ਕੀਤਾ ਸੀ ਉਹ ਮੇਰਾ ਦੋਸਤ ਅਨੂਪਮ ਖੇਰ ਸੀ। ਉਸ ਤਕਰੀਰ ਲਈ ਮੁਆਫੀ ਮੰਗੀ ਹੈ ਜੋ ਕਿਸੇ ਦੇ ਨਿੱਜੀ ਵਿਚਾਰ ਸਨ। ਲੈਪਰਡ ਦੀਆਂ ਟਿੱਪਣੀਆਂ ਦਾ ਸਰਕਾਰੀ ਜਾਂ ਗੈਰ ਸਰਕਾਰੀ ਰੂਪ ਵਿੱਚ ਇਜ਼ਰਾਈਲ ਸਰਕਾਰ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਦੇਖੋ ਉਹਨੂੰ ਸਫਾਈ ਦੇਣੀ ਪਈ ਹੈ। ਇਸ ਕਰਕੇ ਕਹਿੰਦੇ ਨਾ ਜ਼ਬਾਨ ਵੱਧ ਗਈ ਤੇ ਫਿਰ ਉਹ ਜ਼ਬਾਨ ਦਾ ਕਈ ਵਾਰੀ ਬਹੁਤ ਵੱਡਾ ਖਮਿਆਜ਼ਾ ਜਿਹੜਾ ਭੁਗਤਣਾ ਪੈ ਸਕਦਾ। ਕਸ਼ਮੀਰ ਫਾਈਲ ਫਿਲਮ ਦੇ ਉੱਤੇ ਜਿਹਦੀ ਇੰਨੀ ਮਿਹਨਤ ਨਾਲ ਬਣਾਈ ਹੈ ਉਹਦੇ ਉੱਤੇ ਅਸਰ ਜਿਹੜਾ ਹੈ ਉਹ ਪੈ ਸਕਦਾ। ਇਸ ਵਿਵਾਦ ਨਾਲ ਭਾਰਤ ਇਜ਼ਰਾਈਲ ਸਬੰਧਾਂ ਤੇ ਅਸਰ ਪੈਣ ਬਾਰੇ ਪੁੱਛੇ ਜਾਣ ਦੇ ਉੱਤੇ ਰਾਜਦੂਤ ਨੇ ਕਿਹਾ ਹੈ ਕਿ ਦੋਵਾਂ ਮੁਲਕਾਂ ਦੇ ਸਬੰਧ ਹੋਰ ਮਜ਼ਬੂਤ ਹੋਣਗੇ। ਸ਼ਿਸ਼ਾਨੀ ਨੇ ਕਿਹਾ ਹੈ ਕਿ ਫਿਲਮ ਦੀਆਂ ਟਿੱਪਣੀਆਂ ਨਾਲ ਯਕੀਨਨ ਤੌਰ ਤੇ ਨੁਕਸਾਨ ਪੁੱਜਾ ਹੈ ਤੇ ਸਾਨੂੰ ਇਹ ਗੱਲ ਸਵੀਕਾਰ ਕਰਨੀ ਹੋਵੇਗੀ ਕਿ ਭਾਰਤ ਤੇ ਇਜ਼ਰਾਈਲ ਮੁਕੰਮਲ ਜਮਹੂਰੀਅਤਾਂ ਹਨ। ਬੋਲਣ ਦੀ ਆਜ਼ਾਦੀ ਦੋਵਾਂ ਮੁਲਕਾਂ ਦੇ ਵਿੱਚ ਬੇਹੱਦ ਅਹਿਮ ਹੈ। ਤੇ ਉਧਰ ਜਦੋਂ ਅਨੂਪਮ ਖੇਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਜੇਕਰ ਫਿਲਮ ਸਾਜ਼ ਨੂੰ ਦੀ ਕਸ਼ਮੀਰ ਪਸੰਦ ਨਹੀਂ ਆਈ ਤੇ ਉਹਨਾਂ ਦਾ ਇਹ ਗੱਲ ਕਹਿਣ ਲਈ ਸਵਾਗਤ ਹੈ, ਪਰ ਜੇਕਰ ਤੁਸੀਂ ਜਿਊਰੀ ਮੈਂਬਰ ਹੋ ਤਾਂ ਤੁਸੀਂ ਭੱਦੀ ਤੇ ਕੂੜ ਪ੍ਰਚਾਰ ਜਿਹੇ ਸ਼ਬਦ ਨਹੀਂ ਵਰਤ ਸਕਦੇ। ਕੁੱਲ ਆਲਮ ਨੇ ਫਿਲਮ ਲਈ ਕਸ਼ਮੀਰੀ ਪੰਡਤਾਂ ਦੀ ਪੀੜ ਤੇ ਮੁਸ਼ਕਲਾਂ ਜੋ ਪਿਛਲੇ 32 ਸਾਲਾਂ ਤੋਂ ਜਾਰੀ ਨੇ ਨੂੰ ਪਛਾਣ ਦਿੱਤੀ ਹੈ। ਖੇਰ ਨੇ ਇਸ ਮੌਕੇ ਟੂਲ ਕਿਟ ਗੈਂਗ ਦੀ ਵੀ ਗੱਲ ਕੀਤੀ ਹੈ ਜੋ ਵਾਤਾਵਰਨ ਕਾਰਕੁਨ ਗ੍ਰੇਟਾ ਬਨਬਰਗ ਵੱਲੋਂ ਸਾਂਝੇ ਕੀਤੇ ਗਏ 2021 ਦੇ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਵਾਲੇ ਗੂਗਲ ਦਸਤਾਵੇਜ਼ ਦਾ ਹਵਾਲਾ ਆ। ਖੇਰ ਨੇ ਕਿਹਾ ਕਿ ਇਹ ਸਾਰੇ ਲੋਕ ਟੂਲ ਕਿਟ ਗੈਂਗ ਨਾਲ ਸੰਬੰਧਿਤ ਨੇ। ਉਹਨਾਂ ਲੈਪੜ ਦੀ ਜਿਹੜੀ 30 ਸਕਿੰਟ ਲਈ ਤਕਰੀਰ ਕੀਤੀ ਹੈ ਉਹ ਵਾਇਰਲ ਹੋ ਰਹੀ ਹੈ। ਉਹਨਾਂ ਕਿਹਾ ਕਿ ਇੱਕ ਵਿਅਕਤੀ ਜਿਸ ਨੇ ਇਹ ਫੈਸਲਾ ਕੀਤਾ ਹੋਇਆ ਸੀ ਕਿ ਉਹ ਸਾਰਿਆਂ ਦਾ ਧਿਆਨ ਆਪਣੇ ਵੱਲੋਂ ਖਿੱਚੂਗਾ ਵੱਲੋਂ ਫਿਲਮ ਮੇਲੇ ਨੂੰ ਦਾਗੀ ਕਰਨਾ ਮੰਦਭਾਗਾ ਆ। ਉਧਰ ਫਿਲਮ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਕਿਹਾ ਕਿ ਜੇਕਰ ਇਜ਼ਰਾਈਲੀ ਫਿਲਮ ਸਾਜ਼ ਨਾਵਲ ਲੈਪਰਡ ਸਣੇ ਹੋਰ ਬੁੱਧੀਜੀਵੀ ਸਾਬਤ ਕਰ ਦੇਣ ਕਿ ਫਿਲਮ ਵਿੱਚ ਵਿਖਾਈਆਂ ਘਟਨਾਵਾਂ ਫਰਜ਼ੀ ਆ ਤਾਂ ਉਹ ਫਿਲਮ ਨਿਰਮਾਣ ਦਾ ਕੰਮ ਛੱਡ ਜਾਣਗੇ। ਇਹ ਗੱਲ ਵੀ ਉੱਭਰ ਕੇ ਸਾਹਮਣੇ ਆਈ ਆ। ਜੰਮੂ ਕਸ਼ਮੀਰ ਦੇ ਭਾਜਪਾ ਦੇ ਮੁਖੀ ਰਵਿੰਦਰ ਰੈਣਾ ਨੇ ਕਿਹਾ ਹੈ ਕਿ ਇਜ਼ਰਾਈਲੀ ਫਿਲਮ ਸਾਜ਼ ਦੀਆਂ ਟਿੱਪਣੀਆਂ ਤੋਂ ਸਾਫ਼ ਜ਼ਾਹਿਰ ਹੈ ਕਿ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਜ਼ਮੀਨੀ ਹਕੀਕਤਾਂ ਦੇ ਬਾਰੇ ਬਿਲਕੁਲ ਜਾਣੂ ਨਹੀਂਗੇ। ਉਧਰ ਫਿਲਮ ਸਾਜ਼ ਅਸ਼ੋਕ ਪੰਡਤ ਨੇ ਫਿਲਮ ਮੇਲੇ ਦੀ ਜਿਊਰੀ ਵਿੱਚ ਇਜ਼ਰਾਈਲੀ ਫਿਲਮ ਸਾਜ਼ ਦੀ ਨਿਯੁਕਤੀ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਰੈਨਾ ਨੇ ਕਿਹਾ ਕਿ ਲੈਪਰਡ ਨੇ ਪਹਿਲਾਂ ਜੰਮੂ ਕਸ਼ਮੀਰ ਵਿੱਚ ਘਰੋਂ ਬੇਘਰ ਹੋਏ ਕਸ਼ਮੀਰੀ ਪੰਡਤਾਂ ਦੇ ਕੈਂਪਾਂ ਦੇ ਵਿੱਚ ਜਾਣਾ ਚਾਹੀਦਾ ਹੈ। ਅਜਿਹੀਆਂ ਟਿੱਪਣੀਆਂ ਦੀ ਉਸੇ ਸ਼ਖਸ ਤੋਂ ਆਸ ਕੀਤੀ ਜਾ ਸਕਦੀ ਹੈ ਜਿਸ ਨੂੰ ਜ਼ਮੀਨੀ ਹਕੀਕਤ ਦੇ ਬਾਰੇ ਕੋਈ ਸਮਝ ਨਾ ਹੋਵੇ। ਦੂਸਰੇ ਪਾਸੇ ਇਜ਼ਰਾਈਲੀ ਫਿਲਮ ਸਾਜ਼ ਦੀ ਇਸੇ ਟਿੱਪਣੀ ਦੇ ਹਵਾਲੇ ਨਾਲ ਕਾਂਗਰਸ ਨੇ ਅੱਜ ਕੇਂਦਰ ਦੀ ਭਾਜਪਾ ਸਰਕਾਰ ਨੂੰ ਵੀ ਨਿਸ਼ਾਨਾ ਬਣਾਇਆ। ਕਾਂਗਰਸ ਤਰਜਮਾਨ ਤੇ ਪਾਰਟੀ ਦੀ ਸੋਸ਼ਲ ਮੀਡੀਆ ਵਿਭਾਗ ਦੀ ਮੁਖੀ ਸੁਪ੍ਰਿਆ ਸ਼੍ਰੀਨੇਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ, ਉਹਨਾਂ ਦੀ ਸਰਕਾਰ, ਭਾਜਪਾ ਤੇ ਹੋਰਨਾਂ ਨੇ ਭਾਰਤੀ ਕੌਮਾਂਤਰੀ ਫਿਲਮ ਮੇਲੇ ਵੱਲੋਂ ਫਿਲਮ ਦਾ ਕਸ਼ਮੀਰ ਫਾਈਲਸ ਦੇ ਵਿੱਚ ਪੂਰੇ ਜ਼ੋਰ ਸ਼ੋਰ ਨਾਲ ਜਿਹੜਾ ਪ੍ਰਚਾਰ ਕੀਤਾ ਸੀ। ਜਿਊਰੀ ਹੈਡ ਨਾਦਿਰ ਲੈਪਰਡ ਨੇ ਇਸ ਨੂੰ ਕੂੜ ਪ੍ਰਚਾਰ, ਭੱਦੀ ਫਿਲਮ ਤੇ ਫਿਲਮ ਮੇਲੇ ਲਈ ਗੈਰ ਵਾਜਬ ਕਰਾਰ ਦਿੱਤਾ ਗਿਆ। ਉਧਰ ਇੱਕ ਹੋਰ ਪਾਰਟੀ ਤਰਜਮਾਨ ਸ਼ਮਾ ਮੁਹੰਮਦ ਨੇ ਕਿਹਾ ਹੈ ਕਿ ਭਾਰਤ ਦੇ ਲੋਕਾਂ ਦੇ ਧਰੂਵੀਕਰਨ ਦੇ ਯਤਨ ਵੱਲੋਂ ਭਾਜਪਾ ਸਰਕਾਰ ਨੇ ਖੁੱਲ੍ਹ ਕੇ ਫਿਲਮ ਦਾ ਪ੍ਰਚਾਰ ਪ੍ਰਸਾਰ ਕੀਤਾ ਸੀ, ਜਿਸ ਕਰਕੇ ਭਾਰਤ ਨੂੰ ਆਲਮੀ ਪੱਧਰ ਦੇ ਉੱਤੇ ਸ਼ਰਮਿੰਦਗੀ ਝੱਲਣੀ ਪੈ ਰਹੀ ਹੈ। ਦਿੱਲੀ ਦਾ ਵਕੀਲ ਵਨੀਤ ਜਿੰਦਲ ਨੇ ਫਿਲਮ ਦਾ ਕਸ਼ਮੀਰ ਫਾਈਲਸ ਖਿਲਾਫ ਕੀਤੀਆਂ ਟਿੱਪਣੀਆਂ ਬਾਰੇ ਸ਼ਿਕਾਇਤ ਦਰਜ ਕੀਤੀ ਹੈ। ਸੁਪਰੀਮ ਕੋਰਟ ਵਿੱਚ ਵਕੀਲ ਵਜੋਂ ਪ੍ਰੈਕਟਿਸ ਕਰਦੇ ਜਿੰਦਲ ਨੇ ਕਿਹਾ ਕਿ ਲੈਪਰਡ ਦਾ ਧਿਆਨ ਪੂਰੀ ਤਰ੍ਹਾਂ ਜੋੜ ਤੋੜ ਵਾਲਾ ਹੈ, ਹਿੰਦੂ ਭਾਈਚਾਰੇ ਪ੍ਰਤੀ ਮਾੜੇ ਇਰਾਦੇ ਨਾਲ ਕੀਤਾ ਗਿਆ ਆ। ਤੇ ਉਧਰ ਇਜ਼ਰਾਈਲੀ ਫਿਲਮ ਸਾਜ਼ ਨਾਦਿਰ ਲੈਪਰਡ ਨੇ ਗੋਆ ਦੇ ਮੇਲੇ ਦੇ ਵਿੱਚ ਸਮਾਪਤੀ ਸਮਾਰੋਹ ਦੇ ਉੱਤੇ ਤਕਰੀਰ ਜੋ ਕੀਤੀ ਹੈ, ਇਸ ਬਾਰੇ ਵਿਵੇਕ ਅਗਨੀਹੋਤਰੀ ਦੀ ਕਸ਼ਮੀਰ ਫਾਈਲਸ ਨੂੰ ਕੂੜ ਪ੍ਰਚਾਰ ਕਿਹਾ ਆ। ਤਾਂ ਨਾਦਮ ਨੇ ਕਿਹਾ ਕਿ ਅਸੀਂ ਸਾਰੇ ਇਸ ਫਿਲਮ ਮੇਲੇ ਵਿੱਚ ਪੇਸ਼ ਕੀਤੀ 15ਵੀਂ ਫਿਲਮ ਦੀ ਕਸ਼ਮੀਰ ਫਾਈਲਸ ਤੋਂ ਹੈਰਾਨ ਪਰੇਸ਼ਾਨ ਆ। ਇਹ ਵੱਡਾ ਮੁੱਦਾ ਸੀ, ਤਾਂ ਇਸ ਕਰਕੇ ਉਸ
ਨੂੰ ਲੈ ਕੇ ਜਿਹੜੀ ਆ ਦੇਸ਼ ਭਰ ਦੇ ਵਿੱਚ ਚਰਚਾ ਜਿਹੜੀ ਆ ਉਹ ਛਿੜੀ ਹੋਈ ਆ। ਤੇ ਖਾਸ ਤੌਰ ਦੇ ਉੱਤੇ ਇਹ ਗੱਲ ਬੜੀ ਸਾਫ਼ ਜ਼ਾਹਿਰ ਹੈ ਕਿ ਦ ਕਸ਼ਮੀਰ ਫਾਈਲਜ਼ ਅਜਿਹੀ ਫਿਲਮ ਹੈ ਜਿਸ ਦੇ ਵਿੱਚ ਸੱਚੀ ਮੁੱਚੀ ਕਸ਼ਮੀਰ ਵਿੱਚੋਂ ਹਿਜਰਤ ਕਰ ਰਹੇ ਜਿਹੜੇ ਲੋਕ ਸੀ ਉਹ ਪੰਡਤ ਸੀਗੇ, ਔਰ ਕਸ਼ਮੀਰੀ ਪੰਡਤਾਂ ਦੇ ਜਿਹੜੇ ਕੈਂਪ ਲੱਗੇ ਹੋਏ ਉਹ ਦੇਖਣੇ ਚਾਹੀਦੇ ਆ। ਕਿਸੇ ਦੇ ਘਰ, ਖੇਤ, ਗਲੀਆਂ, ਮੁਹੱਲੇ, ਜਿਨ੍ਹਾਂ ਥਾਵਾਂ ਦੇ ਉੱਤੇ ਉਹ ਕੋਈ ਵੀ ਇਨਸਾਨ ਪਲਿਆ ਹੋਵੇ, ਜੇ ਉਸ ਨੂੰ ਉੱਥੋਂ ਤੋੜ ਵਿਛੋੜਾ ਕਰਨਾ ਪੈ ਜਾਵੇ ਤਾਂ ਜਿਹੜੀ ਪੀੜ ਉਹ ਇਨਸਾਨ ਮਾਨਸਿਕ ਤੌਰ ਦੇ ਉੱਤੇ, ਸਰੀਰਕ ਤੌਰ ਦੇ ਉੱਤੇ ਝੱਲਦਾ ਹੈ ਕਿ ਫਿਰ ਨਵੀਂ ਜਗ੍ਹਾ ਜਾ ਕੇ ਜੇ ਇਸ ਨੂੰ ਫਿਰ ਜ਼ੀਰੋ ਤੋਂ ਜ਼ਿੰਦਗੀ ਸ਼ੁਰੂ ਕਰਨੀ ਪਵੇ, ਸਿਫਰ ਤੋਂ ਜ਼ਿੰਦਗੀ ਸ਼ੁਰੂ ਕਰਨੀ ਪਵੇ, ਤਾਂ ਮੇਰਾ ਖਿਆਲ ਹੈ ਉਸ ਤੋਂ ਜ਼ਿਆਦਾ ਇਹ ਪੀੜ ਹੋਰ ਕੋਈ ਵੀ ਮਹਿਸੂਸ ਨਹੀਂ ਕਰ ਸਕਦਾ, ਜਾਂ ਫਿਰ ਉਹ ਕਰੂਗਾ ਜਿਹਦੇ ਨਾਲ ਇਸ ਤਰੀਕੇ ਬੀਤੀ ਹੋਵੇ। ਤਾਂ ਹੁਣ ਦੇਖਣਾ ਹੋਊਗਾ ਕਿ ਇਹ ਇਜ਼ਰਾਈਲੀ ਫਿਲਮਸਾਜ਼ ਜਿਹੜਾ ਆ ਉਹ ਇਸ ਟਿੱਪਣੀ ਦੇ ਉੱਤੇ ਮਾफ़ੀ ਮੰਗਦਾ ਹੈ ਜਾਂ ਨਹੀਂ। ਹਾਲਾਂਕਿ ਇਜ਼ਰਾਈਲ ਦੇ ਰਾਜਦੂਤ ਨੇ ਸਫਾਈ ਦਿੱਤੀ ਹੈ ਕਿ ਸਾਡੇ ਮੁਲਕ ਦੇ ਬੰਨਿਓ ਜੇ ਅਸੀਂ ਸਰਕਾਰੀ ਤੌਰ 'ਤੇ ਗੱਲ ਕਰੀਏ ਤਾਂ ਇਹੋ ਜਿਹਾ ਕੋਈ ਮਨਸ਼ਾ ਨਹੀਂ ਸੀ, ਇਹ ਉਸਦੇ ਨਿੱਜੀ ਵਿਚਾਰ ਹਨ। ਫਿਲਹਾਲ ਦ ਕਸ਼ਮੀਰ ਫਾਈਲਜ਼ ਪਹਿਲਾਂ ਵੀ ਵਿਵਾਦਾਂ ਸੀ, ਇਸ ਕਰਕੇ ਇੱਕ ਵਾਰੀ ਫਿਰ ਇਸ ਮੁੱਦੇ ਤੋਂ ਇਹ ਵਿਵਾਦ ਜਿਹੜਾ ਆ ਫਿਰ ਖੜਾ ਹੋਇਆ ਆ। ਸਿਰਫ ਗੱਲ ਹੁਣ ਉਸ ਦੇ ਮਾफ़ੀ ਮੰਗਣ 'ਤੇ ਹੀ ਨਿਬੜਦੀ ਆ। ਸੋ ਦੋਸਤੋ, ਇਹ ਸੀਗੀਆਂ ਦੋ ਖਬਰਾਂ ਜਿਨ੍ਹਾਂ ਦੇ ਉੱਤੇ ਗੱਲਬਾਤ ਕੀਤੀ। ਤੁਹਾਨੂੰ ਕਿਸ ਤਰੀਕੇ ਲੱਗਦੇ ਨੇ ਸਾਡੇ ਪ੍ਰੋਗਰਾਮ, ਇਸ ਬਾਰੇ ਸਾਨੂੰ ਜ਼ਰੂਰ ਦੱਸਿਆ ਕਰੋ। ਇਸ ਦੇ ਨਾਲ ਹੀ ਕਰਦੇ ਹਾਂ ਸਮਾਪਤੀ। ਧੰਨਵਾਦ। ਤੁਹਾਡੀਆਂ ਗੱਡੀਆਂ ਲਈ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਜਾਂ 4 ਵੀਲਰ ਹੈਲਪਲਾਈਨ ਜੇਕਰ ਤੁਸੀਂ ਭਾਲ ਰਹੇ ਹੋ ਤਾਂ ਸੰਪਰਕ ਕਰੋ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ 'ਚ ਟਾਊਨ ਆਟੋ ਬਾਡੀ ਵਿਖੇ। ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਸ਼ਮਸ਼ੇਰ ਸਿੰਘ, ਟਾਊਨ ਆਟੋ ਬਾਡੀ ਤੋਂ। ਰੱਬ ਨਾ ਕਰੇ ਤੁਹਾਡੀ ਗੱਡੀ ਨੂੰ ਕੁਝ ਹੋ ਜਾਂਦਾ ਵਾ ਤੇ ਤੁਸੀਂ ਸਿੱਧਾ ਟਾਊਨ ਆਟੋ ਬਾਡੀ ਤੇ ਆਓ। ਅਸੀਂ ਇੱਥੇ ਇਹ ਸਾਡੀ ਜਿਹੜੀ ਸ਼ਾਪ ਹੈਗੀ ਡਾਇਰੈਕਟ ਰਿਪੇਅਰ ਸ਼ਾਪ ਹੈਗੀ ਆ। ਅਸੀਂ ਆਪਣੇ ਆਪ ਹੀ ਐਮਪੀਏ ਨੂੰ ਕਾਲ ਕਰਕੇ ਤੁਹਾਡੀ ਗੱਡੀ ਦਾ ਕਲੇਮ ਖੋਲ੍ਹ ਦਿੰਦੇ ਹਾਂ ਤੇ ਤੁਹਾਡੀ ਗੱਡੀ ਦਾ ਐਸਟੀਮੇਟ ਬਣਾ ਕੇ ਐਮਪੀਏ ਨੂੰ ਭੇਜ ਦਿੰਦੇ ਹਾਂ। ਕੋਈ ਵੀ ਤੁਹਾਡੀ ਗੱਡੀ ਤੇ ਸਕ੍ਰੈਚ, ਡੈਂਟ ਜਾਂ ਕੋਈ ਤੁਹਾਡੀ ਗੱਡੀ ਦੇ ਕੋਈ ਸ਼ੀਸ਼ੇ ਤੋੜ ਗਿਆ ਵਾ, ਤੁਸੀਂ ਸਾਨੂੰ ਕਾਲ ਕਰੋ, ਅਸੀਂ ਆਪਣੇ ਆਪ ਹੀ ਗਲਾਸ ਕਲੇਮ ਖੋਲ੍ਹ ਲੈਂਦੇ। ਇਹ ਸ਼ਾਪ ਜਿਹੜੀ ਆ ਇਹ ਐਮਪੀਏ ਦੀ ਕ੍ਰੈਡਿਟਡ ਸ਼ਾਪ ਹੈਗੀ ਆ ਵਾ। ਅਸੀਂ ਸਿੱਧੀ ਡਾਇਰੈਕਟ ਬਿਲਿੰਗ ਕਰਦੇ ਹਾਂ ਐਮਪੀਏ ਨੂੰ। ਇੱਥੇ ਅਸੀਂ ਆਪ ਹੀ ਗਲਾਸ ਕਲੇਮ ਵੀ ਖੋਲ੍ਹਦੇ ਹਾਂ। ਤੁਹਾਨੂੰ ਗਲਾਸ ਕਲੇਮ ਖੋਲ੍ਹਣ ਦੀ ਫੋਨ ਦੀ ਲੋੜ ਨਹੀਂ ਹੈਗੀ, ਅਸੀਂ ਆਪਣੇ ਆਪ ਇੱਥੇ ਗਲਾਸ ਕਲੇਮ ਖੋਲ੍ਹਦੇ। ਜਦੋਂ ਤੱਕ ਤੁਹਾਡੀ ਗੱਡੀ ਇੱਥੇ ਸ਼ਾਪ 'ਤੇ ਰਹੂਗੀ ਉਦੋਂ ਤੱਕ ਅਸੀਂ ਕਾਰ ਰੈਂਟਲ ਵੀ ਦੇਵਾਂਗੇ। ਵੈਨਾਂ, ਟਰੱਕ, SUV, ਕੋਈ ਵੀ ਤੁਹਾਨੂੰ ਕਾਰ ਰੈਂਟਲ ਵੀ ਚਾਹੀਦੀ ਹੋਈ ਅਸੀਂ ਕਾਰ ਰੈਂਟਲ ਵੀ ਤੁਹਾਨੂੰ ਦੇਵਾਂਗੇ। ਆਪਣੀ ਸ਼ਾਪ ਲੋਕੇਸ਼ਨ ਹੈਗੀ ਹੈ 64 ਸਾਲਟਰ ਸਟਰੀਟ ਵਿਨੀਪੈਗ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਹੀ ਹੈ ਸਨੋ ਆ ਰਹੀ ਹੈ ਵਿਨੀਪੈਗ ਦੇ ਵਿੱਚ, ਉਵੇਂ ਤੁਹਾਡੇ ਲਈ ਅਸੀਂ ਵਿੰਟਰ ਟਾਇਰ ਪ੍ਰੋਗਰਾਮ ਲੈ ਕੇ ਆਏ। ਐਮਪੀਏ ਦਾ ਵਿੰਟਰ ਟਾਇਰ ਪ੍ਰੋਗਰਾਮ ਆ, ਉਹਦੇ ਵਿੱਚ $2000 ਤੱਕ ਤੁਹਾਨੂੰ ਐਮਪੀ ਹੀ ਲੋਨ ਦਿੰਦੀ ਆ। ਵਿੰਟਰ ਟਾਇਰ ਪ੍ਰੋਗਰਾਮ ਵਿੱਚ ਅਲੋਏ ਵੀਲਸ, ਟਾਇਰ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ। ਕੋਈ ਵੀ ਤੁਹਾਨੂੰ ਜਾਣਕਾਰੀ ਦੀ ਲੋੜ ਆ ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ ਕਰ ਲਓ 2044211300 ਤੇ, ਜਾਂ ਤੁਸੀਂ ਸਾਡੀ ਵੈਬਸਾਈਟ ਤੇ ਜਾ ਲਓ www.townautobody.ca। ਉਹਦੇ ਵਿੱਚ ਤੁਸੀਂ 24/7 ਲਾਈਵ ਚੈਟ ਤੁਸੀਂ ਏਜੰਟ ਦੇ ਨਾਲ ਕਰ ਸਕਦੇ ਹੋ। ਥੈਂਕ ਯੂ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰੀ ਗੱਡੀ ਦਾ ਇੱਥੇ ਇੱਕ ਡੈਂਟ ਜਿਹਾ ਪੈ ਗਿਆ ਸੀਗਾ। ਉਸ ਤੋਂ ਬਾਅਦ ਮੈਂ ਇਹਨਾਂ ਕੋਲ ਟਾਊਨ ਆਟੋ ਬਾਡੀ ਵਾਲਿਆਂ ਕੋਲ ਆਇਆ ਤੇ MPI ਤੋਂ ਕਲੇਮ ਲੈਣ ਤੋਂ ਬਾਅਦ ਇਹਨਾਂ ਕੋਲ ਗੱਡੀ ਆਪਾਂ ਨੇ ਰੱਖ ਦਿੱਤੀ ਤੇ ਥੋੜ੍ਹੀ ਦਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮੇਰੀ ਪੂਰੀ ਚੰਗੀ ਤਰ੍ਹਾਂ ਮੁਕੰਮਲ ਕਰਕੇ ਸਹੀ ਕਰਕੇ ਦੇ ਦਿੱਤੀ ਹੈ। ਤੇ ਨਾਲ ਦੀ ਨਾਲ ਇਹਨਾਂ ਨੇ ਗੱਡੀ ਦੀ ਮੇਰੀ ਦੀ ਡਿਟੇਲਿੰਗ ਵੀ ਕਰਤੀ, ਧੋਤੀ ਤੇ ਗੱਡੀ ਪੂਰੀ ਲਿਸ਼ਕਾਤੀ ਤੇ ਬਹੁਤ ਵਧੀਆ ਜਿਹੜੀ ਆ ਕਸਟਮਰ ਸਰਵਿਸ ਵੀ ਦਿੰਦੇ ਨੇ। ਤੇ ਜੇਕਰ ਤੁਹਾਨੂੰ ਉਸ ਟਾਈਮ ਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ ਤੇ ਕੋਈ ਰੈਂਟਲ ਗੱਡੀ ਤੁਸੀਂ ਚਲਾਉਣ ਨੂੰ ਲੈਣੀ ਹੈ ਤੇ ਉਹ ਵੀ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਵਿਨੀਪੈਗ ਏਰੀਆ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਲਾਗ ਪਾਸ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਹੈ ਖਰਾਬ ਹੁੰਦੀ ਹੈ, ਤੁਸੀਂ ਇਹਨਾਂ ਕੋਲ ਪਹੁੰਚੋ ਤੇ ਬਹੁਤ ਹੀ ਵਧੀਆ ਸਰਵਿਸ ਤੇ ਜਲਦੀ ਜਿਹੜੀ ਤੁਹਾਨੂੰ ਆ ਤੁਹਾਡੀ ਗੱਡੀ ਚਲਦੀ ਕਰਕੇ ਦੇ ਦਿੰਦੇ ਨੇ। ਥੈਂਕ ਯੂ ਜੀ। ਸਰਵਿਸ ਦਾ ਲਾਭ ਉਠਾਉਣ ਲਈ ਹੁਣੇ ਕੰਟੈਕਟ ਕਰੋ ਟਾਊਨ ਆਟੋ ਬਾਡੀ 64 ਸਾਲਟਰ ਸਟਰੀਟ ਵਿਨੀਪੈਗ MB ਕੈਨੇਡਾ ਮੈਨੀਟੋਬਾ। ਸਾਡਾ ਕੰਟੈਕਟ ਨੰਬਰ ਹੈ +1204 421 1300।